ਮੇਰਾ ਨਾਮ ਪ੍ਰਦੀਪ ਬੰਸਲ। ਇਸ ਤੋਂ ਪਹਿਲਾਂ ਵਾਲੀ ਵੀਡੀਓ ਰਾਹੀਂ ਅਸੀਂ ਪਾਠ ਨੰਬਰ 10 ਸ਼੍ਰੇਣੀ 8ਵੀਂ ਦੇ ਕੁਐਸਚਨ ਆਨਸਰ ਕੀਤੇ ਸਨ। ਇਸ ਵੀਡੀਓ ਰਾਹੀਂ ਅਸੀਂ ਸ਼੍ਰੇਣੀ 8ਵੀਂ ਪਾਠ ਨੰਬਰ 11 ਦੇ ਕੁਐਸਚਨ ਆਨਸਰ ਜ਼ਰੂਰ ਕਰਾਂਗੇ। ਜੇਕਰ ਕਿਸੇ ਵੀ ਵਿਦਿਆਰਥੀ ਨੇ, ਕਿਸੇ ਵੀ ਬੱਚੇ ਨੇ ਇਸ ਤੋਂ ਪਹਿਲਾਂ ਵਾਲੀਆਂ 6ਵੀਂ ਕਲਾਸ ਦੀਆਂ, 7ਵੀਂ ਕਲਾਸ ਦੀਆਂ ਅਤੇ 8ਵੀਂ ਕਲਾਸ ਦੀਆਂ ਵੀਡੀਓ ਨਹੀਂ ਦੇਖੀਆਂ, ਉਹ ਬੱਚਾ ਆਪਣੀ 6ਵੀਂ ਕਲਾਸ ਦੇ, 7ਵੀਂ ਕਲਾਸ ਦੇ ਅਤੇ 8ਵੀਂ ਕਲਾਸ ਦੇ ਬੱਚੇ ਆਪਣਾ ਕੰਮ ਪੂਰਾ ਕਰਨ ਦੇ ਲਈ ਉਹ ਵੀਡੀਓ ਜ਼ਰੂਰ ਦੇਖਣ, ਤਾਂ ਜੋ ਉਹ ਆਪਣਾ ਕੰਮ ਸੌਖੀ ਤਰ੍ਹਾਂ ਕਰ ਸਕਣ। 6ਵੀਂ ਕਲਾਸ ਵਾਲੇ ਵੀ, 7ਵੀਂ ਕਲਾਸ ਵਾਲੇ ਵੀ ਅਤੇ 8ਵੀਂ ਕਲਾਸ ਵਾਲੇ ਵੀ। ਪਹਿਲਾ ਕੁਐਸਚਨ, ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਕਦੋਂ ਅਤੇ ਕਿਹੜਾ ਐਕਟ ਪਾਸ ਕੀਤਾ ਗਿਆ? ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ 1773 ਈਸਵੀ ਵਿੱਚ ਰੈਗੂਲੇਟਿੰਗ ਐਕਟ ਪਾਸ ਕੀਤਾ ਗਿਆ। ਜਿਵੇਂ ਕਿ ਇਸ ਦੇ ਨਾਮ ਤੋਂ ਹੀ ਪਤਾ, ਰੈਗੂਲੇਟ ਮਤਲਬ ਕਿਸੇ ਦੇ ਕੰਮਾਂ ਦੀ ਜਾਂਚ ਕਰਨਾ, ਕਿਸੇ ਨੂੰ ਰੈਗੂਲੇਟ ਕਰਨਾ, ਕਿਸੇ ਨੂੰ ਰੋਕਣਾ। ਕਿਉਂਕਿ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਤਾਂ 1600 ਈਸਵੀ ਵਿੱਚ ਹੋਈ ਸੀ, ਪਰ ਹੁਣ ਤੱਕ 1773 ਈਸਵੀ ਤੱਕ ਉਸਨੇ ਆਪਣਾ ਵਿਸਤਾਰ ਬਹੁਤ ਜ਼ਿਆਦਾ ਕਰ ਰਿਹਾ ਸੀ। ਪਰ ਇੰਗਲੈਂਡ ਦੀ ਸੰਸਦ ਨਹੀਂ ਚਾਹੁੰਦੀ ਸੀ ਕਿ ਈਸਟ ਇੰਡੀਆ ਕੰਪਨੀ ਆਪਣੇ ਪੈਰ ਪੂਰੀ ਤਰ੍ਹਾਂ ਪਸਾਰੇ। ਇਸ ਲਈ ਉਸ ਦੇ ਖੇਤਰ ਨੂੰ ਸੀਮਿਤ ਕਰਨ ਲਈ ਇੰਗਲੈਂਡ ਦੀ ਸੰਸਦ ਨੇ 1773 ਵਿੱਚ ਰੈਗੂਲੇਟਿੰਗ ਐਕਟ ਪਾਸ ਕੀਤਾ ਸੀ, ਤਾਂ ਕਿ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕੀਤੀ ਜਾ ਸਕੇ। ਅਤੇ ਉਸ ਦੇ ਵਿੱਚ ਕੁਝ ਸ਼ਰਤਾਂ ਵੀ ਲਗਾਈਆਂ ਗਈਆਂ ਸਨ, ਜੋ ਅਸੀਂ ਅੱਗੇ ਜਾ ਕੇ ਵੱਡੇ ਕੁਐਸਚਨ ਆਨਸਰਾਂ ਦੇ ਵਿੱਚ ਕਰਾਂਗੇ। ਭਾਰਤ ਵਿੱਚ ਸਿਵਲ ਸਰਵਿਸ ਦਾ ਮੋਢੀ ਕੌਣ ਸੀ? ਲਾਰਡ ਕਾਰਨਵਾਲਿਸ। ਜੇਕਰ ਅਸੀਂ ਚਿੱਤਰ ਵਿੱਚ ਦੇਖੀਏ ਤਾਂ ਇਹ ਚਿੱਤਰ ਲਾਰਡ ਕਾਰਨਵਾਲਿਸ ਦਾ ਹੈ। ਬੱਚਿਓ, ਇਹ ਵੀ ਜ਼ਰੂਰ ਦੇਖਿਓ, ਕਿਉਂਕਿ 8ਵੀਂ ਕਲਾਸ ਦੇ ਵਿੱਚ 1 ਜਾਂ 2 ਕੁਐਸਚਨ ਚਿੱਤਰਾਂ ਦੇ ਨਾਲ ਸੰਬੰਧਿਤ ਜ਼ਰੂਰ ਆਉਂਦੇ ਹਨ। ਤੁਹਾਨੂੰ ਇਹ ਸੌਖੇ ਚਿੱਤਰ ਤਾਂ, ਕਿਉਂਕਿ ਜੋ ਤੁਹਾਡੇ ਕੁਐਸਚਨ ਨੇ, ਕੁਐਸਚਨਾਂ ਤੋਂ ਬਾਹਰ ਤੁਹਾਨੂੰ ਕੋਈ ਚਿੱਤਰ ਨਹੀਂ ਆਉਂਦਾ, ਅਤੇ ਤਾਂ ਕਰਕੇ ਇਹਨਾਂ ਕੁਐਸਚਨਾਂ ਨਾਲ ਸੰਬੰਧਿਤ ਚਿੱਤਰ ਜ਼ਰੂਰ ਯਾਦ ਰੱਖਣ ਦੀ ਕੋਸ਼ਿਸ਼ ਕਰਿਓ। ਮੈਂ ਉਹੀ ਚਿੱਤਰ ਪਾਉਂਦਾ ਹਾਂ ਜੋ ਤੁਹਾਨੂੰ ਪੇਪਰਾਂ ਦੇ ਵਿੱਚ ਆ ਸਕਦੇ ਹਨ। ਕਦੋਂ ਅਤੇ ਕਿਹੜਾ ਪਹਿਲਾ ਭਾਰਤੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰ ਸਕਿਆ ਸੀ? 1863 ਵਿੱਚ ਸਤਿੰਦਰ ਨਾਥ ਟੈਗੋਰ। 1863 ਵਿੱਚ ਸਤਿੰਦਰ ਨਾਥ ਟੈਗੋਰ ਇਹ ਪਹਿਲੇ ਭਾਰਤੀ ਸਨ ਜਿਸ ਨੇ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕੀਤੀ ਸੀ। ਸੈਨਾ ਵਿੱਚ ਭਾਰਤੀ ਸੈਨਿਕਾਂ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਡੀ ਪਦਵੀ ਕਿਹੜੀ ਸੀ? ਸੂਬੇਦਾਰ। ਸੂਬੇਦਾਰ ਤੋਂ ਵੱਧ ਭਾਰਤੀ ਸੈਨਿਕ ਅੱਗੇ ਨਹੀਂ ਜਾ ਸਕਦਾ ਸੀ, ਉਸ ਨੂੰ ਸਿਰਫ ਸੂਬੇਦਾਰ ਦੀ ਪਦਵੀ ਤੱਕ ਹੀ ਸਬਰ ਕਰਨਾ ਪੈਂਦਾ ਸੀ। ਕਿਹੜੇ ਗਵਰਨਰ ਜਨਰਲ ਨੇ ਪੁਲਿਸ ਵਿਭਾਗ ਵਿੱਚ ਸੁਧਾਰ ਕੀਤੇ ਅਤੇ ਕਿਉਂ? ਲਾਰਡ ਕਾਰਨਵਾਲਿਸ ਨੇ ਅੰਗਰੇਜ਼ੀ ਪ੍ਰਸ਼ਾਸਨ ਵਿੱਚ ਕਾਨੂੰਨ ਅਤੇ ਸ਼ਾਂਤੀ ਸਥਾਪਿਤ ਕਰਨ ਲਈ ਪੁਲਿਸ ਵਿਭਾਗ ਵਿੱਚ ਸੁਧਾਰ ਕੀਤੇ। ਜੇਕਰ ਸਿਵਲ ਸਰਵਿਸ ਦਾ ਪਿਤਾਮਾ ਕਹੀਏ ਤਾਂ ਉਹ ਲਾਰਡ ਕਾਰਨਵਾਲਿਸ ਹਨ। ਤਾਂ ਇਹਨਾਂ ਨੇ ਹੀ ਪੁਲਿਸ ਵਿਭਾਗ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕੀਤੇ ਸਨ, ਕਿਉਂਕਿ ਹਰੇਕ ਜ਼ਿਲ੍ਹੇ ਵਿੱਚ ਥਾਣੇ ਬਣਾਏ ਸਨ। ਥਾਣਿਆਂ ਨੂੰ ਦਰੋਗਿਆਂ ਦੇ ਅਧੀਨ ਕੀਤਾ ਗਿਆ ਸੀ। ਰੈਗੂਲੇਟਿੰਗ ਐਕਟ ਤੋਂ ਕੀ ਭਾਵ ਹੈ? ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ 1773 ਈਸਵੀ ਵਿੱਚ ਰੈਗੂਲੇਟਿੰਗ ਐਕਟ ਪਾਸ ਕੀਤਾ ਗਿਆ। ਇਸ ਦੀਆਂ ਵਿਸ਼ੇਸ਼ਤਾਵਾਂ: ਬੰਗਾਲ ਵਿੱਚ ਗਵਰਨਰ ਜਨਰਲ ਅਤੇ 4 ਮੈਂਬਰਾਂ ਦੀ ਕੌਂਸਲ ਸਥਾਪਿਤ ਕੀਤੀ ਗਈ, ਕਿਉਂਕਿ ਇਸ ਐਕਟ ਤੋਂ ਪਹਿਲਾਂ ਸਿਰਫ ਬੰਗਾਲ ਦਾ ਗਵਰਨਰ ਕਿਹਾ ਜਾਂਦਾ ਸੀ। ਪਰ ਇਸ ਐਕਟ ਤੋਂ ਬਾਅਦ ਬੰਗਾਲ ਦੇ ਗਵਰਨਰ ਨੂੰ ਬੰਗਾਲ ਦਾ ਗਵਰਨਰ ਜਨਰਲ ਕਿਹਾ ਜਾਣ ਲੱਗਿਆ, ਅਤੇ ਉਸ ਦੀ ਕੌਂਸਲ ਦੇ ਵਿੱਚ, ਉਸ ਦੀ ਪਰਿਸ਼ਦ ਦੇ ਵਿੱਚ 4 ਮੈਂਬਰ ਸਥਾਪਿਤ ਕੀਤੇ ਗਏ, ਤਾਂ ਜੋ ਇਹ ਆਪਣੇ ਫੈਸਲੇ ਬਹੁਮਤ ਦੇ ਆਧਾਰ 'ਤੇ ਲੈ ਸਕਣ। ਮਤਲਬ 4 ਮੈਂਬਰ, 5ਵਾਂ ਗਵਰਨਰ ਜਨਰਲ। ਮੰਨ ਲਓ 4 ਮੈਂਬਰਾਂ ਨੇ 2 ਮੈਂਬਰ ਇੱਕ ਪਾਸੇ ਹੋ ਗਏ, 2 ਇੱਕ ਪਾਸੇ ਹੋ ਗਏ, ਬਰਾਬਰ ਹੋ ਗਏ, ਤਾਂ ਜੋ ਗਵਰਨਰ ਜਨਰਲ ਸੀਗਾ ਉਸ ਨੂੰ ਆਪਣੀ ਨਿਰਣਾਇਕ ਵੋਟ ਪਾਉਣ ਦਾ ਅਧਿਕਾਰ ਸੀ। ਭਾਵ ਜਿਹੜੇ ਪਾਸੇ ਗਵਰਨਰ ਜਨਰਲ ਆਪਣੀ ਵੋਟ ਪਾ ਦੇਗਾ ਉਧਰ 3 ਹੋ ਜਾਣਗੇ, ਤਾਂ ਉਹ ਫੈਸਲਾ ਲਾਗੂ ਹੋਏਗਾ। ਕਹਿਣ ਦਾ ਭਾਵ ਇਸ ਕੌਂਸਲ ਵਿੱਚ ਸਾਰੇ ਫੈਸਲੇ ਬਹੁਮਤ ਦੇ ਆਧਾਰ 'ਤੇ ਕੀਤੇ ਜਾਂਦੇ ਸਨ। ਇਸ ਕੌਂਸਲ ਨੂੰ ਸ਼ਾਸਨ ਪ੍ਰਬੰਧ ਦੇ ਸਾਰੇ ਮਾਮਲਿਆਂ ਦੇ ਫੈਸਲੇ ਕਰਨ ਦਾ ਅਧਿਕਾਰ ਪ੍ਰਾਪਤ ਸੀ। ਜੋ ਇਹ ਕੌਂਸਲ ਸੀ, ਜੋ ਵੀ ਉਸ ਸਮੇਂ ਸ਼ਾਸਨ ਦੇ ਸੰਬੰਧੀ ਜੋ ਵੀ ਫੈਸਲੇ ਕਰਦੇ ਸਨ, ਉਹ ਇਸ ਕੌਂਸਲ ਦੇ ਕੋਲ ਅਧਿਕਾਰ ਸਨ। ਇਹਨਾਂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਸੀ। ਜੇਕਰ ਚੈਲੰਜ ਹੁੰਦਾ ਸੀ ਤਾਂ ਸਿਰਫ
ਇੰਗਲੈਂਡ ਦੀ ਸੰਸਦ ਦੇ ਵਿੱਚ ਹੁੰਦਾ ਸੀ। ਇਸ ਕੌਂਸਲ ਨੂੰ ਮੁੰਬਈ ਅਤੇ ਮਦਰਾਸ ਦੀਆਂ ਸਰਕਾਰਾਂ ਉੱਤੇ ਕੰਟਰੋਲ ਰੱਖਣ ਦਾ ਵੀ ਅਧਿਕਾਰ ਸੀ, ਕਿਉਂਕਿ ਉਸ ਸਮੇਂ ਭਾਰਤ ਦੇ ਵਿੱਚ ਪ੍ਰੈਜ਼ੀਡੈਂਸੀਆਂ ਸਨ। ਮੁੰਬਈ, ਮਦਰਾਸ ਅਤੇ ਕਲਕੱਤਾ। ਮੁੰਬਈ ਬਣ ਗਿਆ ਅੱਜ ਕੱਲ੍ਹ ਦਾ ਮੁੰਬਈ ਅਤੇ ਮਦਰਾਸ ਬਣ ਗਿਆ ਅੱਜ ਕੱਲ੍ਹ ਦਾ ਚੇਨਈ। ਸਿਰਫ 3 ਪ੍ਰੈਜ਼ੀਡੈਂਸੀਆਂ ਸਨ। ਤਾਂ ਇਹਨਾਂ ਦੋਨਾਂ ਨੂੰ, ਮੁੰਬਈ ਅਤੇ ਮਦਰਾਸ ਨੂੰ ਵੀ ਕਲਕੱਤੇ ਦੇ ਅਧੀਨ ਹੀ ਕਰ ਦਿੱਤਾ ਸੀ, ਕਿਉਂਕਿ ਕੰਪਨੀ ਦਾ ਜੋ ਮੁੱਖ ਹੈੱਡਕੁਆਟਰ ਸੀਗਾ ਉਹ ਸੀ ਕਲਕੱਤਾ। ਕਲਕੱਤੇ ਦਾ ਫੋਰਟ ਵਿਲੀਅਮ ਨਾਂ ਦਾ ਕਿਲ੍ਹਾ ਸੀ ਜੋ ਕੰਪਨੀ ਦਾ ਹੈੱਡਕੁਆਟਰ ਸੀ। ਇਸ ਲਈ ਕਲਕੱਤੇ ਦੇ ਵਿੱਚ ਜੋ ਹੈੱਡਕੁਆਟਰ ਸੀ, ਜੋ ਉੱਥੋਂ ਦਾ ਗਵਰਨਰ ਜਨਰਲ ਸੀ, ਜੋ ਸਾਡਾ ਪਹਿਲਾ ਬੰਗਾਲ ਦਾ ਗਵਰਨਰ ਜਨਰਲ ਬਣਿਆ ਸੀ ਉਹ ਬਣਿਆ ਸੀਗਾ ਵਾਰਨ ਹੈਸਟਿੰਗ। 1773 ਈਸਵੀ ਦੇ ਰੈਗੂਲੇਟਿੰਗ ਐਕਟ ਦੇ ਤਹਿਤ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਵਾਰਨ ਹੈਸਟਿੰਗ ਬਣਿਆ ਸੀ। ਤਾਂ ਕਰਕੇ ਉਸ ਦੇ ਅਧੀਨ ਹੀ ਮਦਰਾਸ ਅਤੇ ਮੁੰਬਈ ਦੇ ਸਾਰਾ ਕੁਝ ਸ਼ਾਸਨ ਪ੍ਰਬੰਧ ਉਸ ਦੇ ਅਧੀਨ ਕਰ ਦਿੱਤਾ ਸੀ। ਜੇਕਰ ਜ਼ਿਆਦਾ ਯਾਦ ਕਰਨਾ ਤਾਂ ਰੈਗੂਲੇਟਿੰਗ ਐਕਟ ਦੇ ਤਹਿਤ ਕਲਕੱਤੇ ਦੇ ਵਿੱਚ ਇੱਕ ਸੁਪਰੀਮ ਕੋਰਟ ਦੀ ਸਥਾਪਨਾ ਵੀ ਕੀਤੀ ਗਈ ਸਨ, ਜਿਸ ਦੇ 3 ਜੱਜ ਸਨ, ਇੱਕ ਮੁੱਖ ਜੱਜ ਅਤੇ 2 ਉਸ ਦੇ ਸਹਾਇਕ ਜੱਜ। ਇਸ ਕੌਂਸਲ ਨੂੰ ਮੁੰਬਈ ਅਤੇ ਮਦਰਾਸ ਦੀਆਂ ਸਰਕਾਰਾਂ ਉੱਤੇ ਕੰਟਰੋਲ ਰੱਖਣ ਦਾ ਵੀ ਅਧਿਕਾਰ ਪ੍ਰਾਪਤ ਸੀ। ਪਿਟਸ ਇੰਡੀਆ ਐਕਟ, ਕਿਉਂਕਿ ਤੁਹਾਨੂੰ ਦੱਸਿਆ ਹੈ ਵੀ 1600 ਈਸਵੀ ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਸੀ। ਉਸ ਤੋਂ ਬਾਅਦ ਉਹ ਆਪਣਾ ਲਗਾਤਾਰ ਵਿਸਤਾਰ ਕਰਦੀ ਗਈ, ਤਾਂ ਉਸ ਦੇ ਕੰਮਾਂ ਨੂੰ ਰੋਕਣ ਵਾਸਤੇ, ਉਸ ਦੇ ਵਿਸਥਾਰ ਨੂੰ ਰੋਕਣ ਵਾਸਤੇ, ਉਸ ਦੇ ਕੰਮਾਂ ਦੀ ਦੇਖਭਾਲ ਕਰਨ ਵਾਸਤੇ ਬ੍ਰਿਟਿਸ਼ ਸਰਕਾਰ, ਇੰਗਲੈਂਡ ਦੀ ਸਰਕਾਰ ਨੇ ਸਮੇਂ-ਸਮੇਂ 'ਤੇ ਐਕਟ ਪਾਸ ਕੀਤੇ। ਜਿਵੇਂ ਇੰਗਲੈਂਡ ਦੀ ਸੰਸਦ ਨੂੰ ਚੰਗਾ ਲੱਗਦਾ ਵੀ ਉੱਥੇ ਇੰਗਲੈਂਡ ਦੀ ਸੰਸਦ ਦਾ ਪ੍ਰਭਾਵ ਵੱਧਦਾ ਜਾਵੇ ਅਤੇ ਕੰਪਨੀ ਦਾ ਪ੍ਰਭਾਵ ਘਟਦਾ ਜਾਵੇ, ਤਾਂ ਸਭ ਤੋਂ ਪਹਿਲਾਂ 1773 ਦਾ ਰੈਗੂਲੇਟਿੰਗ ਐਕਟ ਪਾਸ ਕੀਤਾ, ਫਿਰ 1784 ਦਾ ਪਿਟਸ ਇੰਡੀਆ ਐਕਟ ਪਾਸ ਕੀਤਾ। ਤਾਂ ਇਸ ਦੇ ਅਧੀਨ ਬੋਰਡ ਆਫ ਕੰਟਰੋਲ ਦੀ ਸਥਾਪਨਾ ਕੀਤੀ ਗਈ। ਇਸ ਬੋਰਡ ਆਫ ਕੰਟਰੋਲ ਦੇ ਕੁੱਲ ਮੈਂਬਰ 6 ਸਨ। ਵਪਾਰਕ ਪ੍ਰਬੰਧ ਨੂੰ ਰਾਜਨੀਤਿਕ ਪ੍ਰਬੰਧ ਨਾਲੋਂ ਅਲੱਗ ਕਰ ਦਿੱਤਾ ਗਿਆ, ਕਿਉਂਕਿ ਜੋ ਈਸਟ ਇੰਡੀਆ ਕੰਪਨੀ ਸੀ ਉਸ ਦੀ ਸਥਾਪਨਾ ਤਾਂ ਭਾਰਤ ਦੇ ਨਾਲ ਵਪਾਰ ਕਰਨ ਦੇ ਲਈ ਹੋਈ ਸੀ, ਪਰ ਉਸਨੇ ਭਾਰਤ ਵਿੱਚ ਆਪਣੇ ਰਾਜਨੀਤਿਕ ਪ੍ਰਭਾਵ ਵੀ ਵਧਾ ਲਏ ਸਨ। ਤਾਂ ਵਪਾਰਕ ਸੰਬੰਧ ਨੂੰ ਰਾਜਨੀਤਿਕ ਸੰਬੰਧ ਨਾਲੋਂ ਬਿਲਕੁਲ ਵੱਖ ਕਰ ਦਿੱਤਾ ਗਿਆ। ਕੌਂਸਲ ਦੇ ਮੈਂਬਰਾਂ ਦੀ ਗਿਣਤੀ 1773 ਦੇ ਰੈਗੂਲੇਟਿੰਗ ਐਕਟ ਦੇ ਤਹਿਤ ਤਾਂ ਮੈਂਬਰਾਂ ਦੀ ਗਿਣਤੀ, ਗਵਰਨਰ ਜਨਰਲ ਦੀ ਪ੍ਰੀਸ਼ਦ ਦੇ ਮੈਂਬਰਾਂ ਦੀ ਗਿਣਤੀ 4 ਸੀ, ਪਰ 1784 ਦੇ ਪਿਟਸ ਇੰਡੀਆ ਐਕਟ ਦੇ ਤਹਿਤ ਉਸ ਦੀ ਪ੍ਰੀਸ਼ਦ ਦੇ ਮੈਂਬਰਾਂ ਦੀ ਗਿਣਤੀ 4 ਤੋਂ ਘਟਾ ਕੇ 3 ਕਰ ਦਿੱਤੀ ਗਈ ਸੀ। 1858 ਤੋਂ ਬਾਅਦ ਸੈਨਾ ਵਿੱਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ, ਕਿਉਂਕਿ 1857 ਦੇ ਵਿੱਚ ਮਹਾਨ ਸੈਨਿਕ ਵਿਦਰੋਹ ਹੋਇਆ ਸੀ। ਉਸ ਵਿਦਰੋਹ ਦੀ ਅਸਫਲਤਾ ਤੋਂ ਬਾਅਦ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿੱਲ ਗਈਆਂ ਸਨ। ਉਸਨੇ ਦੇਖਿਆ ਵੀ ਜੇਕਰ ਅਜਿਹੇ ਪ੍ਰਬੰਧ ਨਾ ਕੀਤੇ ਤਾਂ ਅੱਗੇ ਜਾ ਕੇ ਇਹ ਭਾਰਤੀ ਸੈਨਿਕ ਕਦੇ ਵੀ ਉਹਨਾਂ ਦੇ ਵਿਰੁੱਧ ਵਿਦਰੋਹ ਕਰ ਸਕਦੇ ਹਨ। ਤਾਂ ਉਹਨਾਂ ਨੇ ਅੰਗਰੇਜ਼ਾਂ ਸੈਨਿਕਾਂ ਦੀ ਗਿਣਤੀ ਵਿੱਚ ਵਾਧਾ ਕੀਤਾ। 1857 ਦੇ ਵਿਦਰੋਹ ਤੋਂ ਪਹਿਲਾਂ ਅੰਗਰੇਜ਼ ਸੈਨਿਕਾਂ ਦੀ ਗਿਣਤੀ ਘੱਟ ਸੀ ਅਤੇ ਭਾਰਤੀ ਸੈਨਿਕਾਂ ਦੀ ਗਿਣਤੀ ਜ਼ਿਆਦਾ ਸੀ। ਤਾਂ ਵਿਦਰੋਹ ਤੋਂ ਬਾਅਦ ਭਾਰਤੀ ਸੈਨਿਕਾਂ ਦੀ ਗਿਣਤੀ ਘਟਾ ਦਿੱਤੀ ਗਈ ਅਤੇ ਅੰਗਰੇਜ਼ ਸੈਨਿਕਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ। ਤੋਪਖਾਨੇ ਵਿੱਚ ਕਿਉਂਕਿ ਤੋਪਖਾਨਾ ਉਸ ਸਮੇਂ ਮੁੱਖ ਸੀ, ਤੋਪਾਂ ਨਾਲ ਹੀ ਕਿਸੇ ਦੁਸ਼ਮਣ ਨੂੰ ਹਰਾਇਆ ਜਾ ਸਕਦਾ ਸੀ, ਤਾਂ ਤੋਪਖਾਨੇ ਵਿੱਚ ਕੇਵਲ ਅੰਗਰੇਜ਼ਾਂ ਨੂੰ ਹੀ ਨਿਯੁਕਤ ਕੀਤਾ ਜਾਣ ਲੱਗਾ। ਭਾਰਤੀ ਅਤੇ ਯੂਰਪੀਅਨ ਸੈਨਿਕਾਂ ਦੀ ਗਿਣਤੀ 2:1 ਕਰ ਦਿੱਤੀ ਗਈ। ਭਾਰਤੀ ਅਤੇ ਯੂਰਪੀਅਨ 2:1 ਭਾਵ ਜੇਕਰ ਭਾਰਤੀ ਸੈਨਿਕ 2 ਹਨ ਤਾਂ ਉਸ ਦਾ ਅਨੁਪਾਤ 1 ਭਾਵ 50। 2:1 ਭਾਵ ਜੇਕਰ ਭਾਰਤੀ 100 ਸੈਨਿਕ ਹੈ ਤਾਂ ਉਸ ਦੇ ਨਾਲ 50 ਸੈਨਿਕ ਅੰਗਰੇਜ਼ ਵੀ ਹੋਣਗੇ। ਭਾਰਤੀ ਧਰਮ ਅਤੇ ਜਾਤ ਦੇ ਆਧਾਰ 'ਤੇ ਸੈਨਿਕ ਟੁਕੜੀਆਂ। ਅੰਗਰੇਜ਼ਾਂ ਨੇ ਕੀ ਕੀਤਾ ਸੀਗਾ, 1857 ਦੇ ਵਿਦਰੋਹ ਤੋਂ ਬਾਅਦ ਭਾਰਤ ਵਿੱਚ ਫੁੱਟ ਪਾਓ ਅਤੇ ਰਾਜ ਕਰੋ।
1857 ਦੇ ਵਿਦਰੋਹ ਤੋਂ ਬਾਅਦ ਅੰਗਰੇਜ਼ਾਂ ਨੇ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ਅਪਣਾਈ ਸੀ। ਡਿਵਾਈਡ ਐਂਡ ਰੂਲ, ਵੰਡੋ ਅਤੇ ਰਾਜ ਕਰੋ ਦੀ ਨੀਤੀ ਅਪਣਾਈ ਸੀ। ਉਸ ਦੇ ਤਹਿਤ ਕੀ ਕੀਤਾ, ਜਿਹੜੀਆਂ ਸੈਨਿਕ ਟੁਕੜੀਆਂ ਸਨ ਉਹ ਜਾਤੀ ਅਤੇ ਧਰਮ ਦੇ ਆਧਾਰ 'ਤੇ ਕਰ ਦਿੱਤੀਆਂ। ਭਾਵ ਇੱਕ ਟੁਕੜੀ ਬਣਾ ਦਿੱਤੀ ਬ੍ਰਾਹਮਣਾਂ ਦੀ, ਇੱਕ ਟੁਕੜੀ ਬਣਾ ਦਿੱਤੀ ਸਿੱਖਾਂ ਦੀ, ਇੱਕ ਟੁਕੜੀ ਬਣਾ ਦਿੱਤੀ ਮਰਾਠਿਆਂ ਦੀ, ਤਾਂ ਜੋ ਉਹ ਜਾਤੀ ਭੇਦਭਾਵ ਦੇ ਕਾਰਨ ਆਪਸ ਦੇ ਵਿੱਚ ਕਦੇ ਵੀ ਇਕੱਠੇ ਨਾ ਹੋ ਸਕਣ। ਜੇਕਰ ਤੁਹਾਨੂੰ ਕਦੇ ਕੁਐਸਚਨ ਆ ਜਾਵੇ ਕਿ ਅੰਗਰੇਜ਼ਾਂ ਨੇ ਵੰਡੋ ਅਤੇ ਰਾਜ ਕਰੋ ਦੀ ਨੀਤੀ ਕਿਸ ਤੋਂ ਬਾਅਦ ਅਪਣਾਈ ਸੀ, ਤਾਂ ਅੰਗਰੇਜ਼ਾਂ ਨੇ ਵੰਡੋ ਅਤੇ ਰਾਜ ਕਰੋ ਦੀ ਨੀਤੀ 1857 ਈਸਵੀ ਦੇ ਵਿਦਰੋਹ ਤੋਂ ਬਾਅਦ ਅਪਣਾਈ ਸੀ, 1858 ਦੇ ਐਕਟ ਤਹਿਤ। ਅਗਲਾ ਕੁਐਸਚਨ, ਨਿਆਂ ਵਿਵਸਥਾ 'ਤੇ ਨੋਟ ਲਿਖੋ। ਅੰਗਰੇਜ਼ਾਂ ਦੀ ਭਾਰਤ ਨੂੰ ਇੱਕ ਮਹੱਤਵਪੂਰਨ ਦੇਣ ਨਿਆਂ ਵਿਵਸਥਾ ਕਾਇਮ ਕਰਨਾ ਸੀ, ਕਿਉਂਕਿ ਅੰਗਰੇਜ਼ੀ ਰਾਜ ਤੋਂ ਪਹਿਲਾਂ ਭਾਰਤ ਵਿੱਚ ਹਰ ਇੱਕ ਜਾਤੀ, ਹਰ ਇੱਕ ਧਰਮ ਦੀ ਆਪਣੀ ਆਪਣੀ ਨਿਆਂ ਵਿਵਸਥਾ ਸੀ। ਜਿਵੇਂ ਕਿ ਮੁਸਲਮਾਨ ਧਰਮ ਦੇ ਵਿੱਚ ਕਈ ਦੋ ਤੋਂ ਵੱਧ ਵਿਆਹ ਕਰਾਉਣ ਦੀ, 3 ਵਿਆਹ ਕਰਾਉਣ ਦੀ ਉਹਨਾਂ ਨੂੰ ਸਹੂਲਤ ਸੀ। ਭਾਵ ਕੋਈ ਵੀ ਮੁਸਲਮਾਨ 1, 2 ਉਸ ਤੋਂ ਬਾਅਦ 3 ਤੱਕ ਵਿਆਹ ਕਰਾ ਸਕਦਾ ਸੀ, 2 ਵਿਆਹ ਕਰਾ ਸਕਦਾ ਸੀ। ਪਰ ਹਿੰਦੂ ਧਰਮ ਦੇ ਵਿੱਚ ਸਤੀ ਪ੍ਰਥਾ ਪ੍ਰਚਲਿਤ ਸੀ। ਹਰ ਇੱਕ ਧਰਮ ਦੇ ਆਪਣੇ ਆਪਣੇ ਨਿਯਮ ਸਨ, ਤਾਂ ਜੋ ਨਿਯਮ ਇੱਕ ਧਰਮ ਦੇ ਲਾਭ ਲਈ ਸਨ, ਉਹੀ ਨਿਯਮ ਦੂਜੇ ਧਰਮ ਦੇ ਨੁਕਸਾਨ ਲਈ ਸਨ। ਇਸ ਲਈ ਸਭ ਤੋਂ ਵੱਡੀ ਦੇਣ ਹੈ ਅੰਗਰੇਜ਼ਾਂ ਦੀ, ਉਹ ਭਾਰਤ ਨੂੰ ਨਿਯਮ ਵਿਵਸਥਾ ਹੈ, ਕਿਉਂਕਿ ਇਹਨਾਂ ਨੇ ਸਾਰੇ ਭਾਰਤ ਦੇ ਵਿੱਚ ਇੱਕ ਹੀ ਨਿਯਮ ਵਿਵਸਥਾ ਨੂੰ ਲਾਗੂ ਕੀਤਾ ਸੀ। ਵਾਰਨ ਹੈਸਟਿੰਗ ਨੇ ਜ਼ਿਲ੍ਹਿਆਂ ਵਿੱਚ ਦੀਵਾਨੀ ਅਦਾਲਤ ਅਤੇ ਸਦਰ ਨਿਜ਼ਾਮ ਅਦਾਲਤਾਂ ਸਥਾਪਿਤ ਕੀਤੀਆਂ। ਕਲਕੱਤੇ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ। ਤੁਹਾਨੂੰ ਮੈਂ ਦੱਸਿਆਗਾ ਜੋ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਸੀ ਉਹ 1773 ਈਸਵੀ ਦੇ ਰੈਗੂਲੇਟਿੰਗ ਐਕਟ ਦੇ ਤਹਿਤ ਕੀਤੀ ਗਈ ਸੀ। ਕਾਰਨਵਾਲਿਸ ਕੋਡ ਨਾਂ ਦੀ ਇੱਕ ਪੁਸਤਕ ਤਿਆਰ ਕੀਤੀ ਗਈ। ਇਹ ਲਾਰਡ ਕਾਰਨਵਾਲਿਸ ਜੋ ਭਾਰਤ ਦਾ ਗਵਰਨਰ ਜਨਰਲ ਰਿਹਾ 1786 ਤੋਂ ਲੈ ਕੇ 1793 ਈਸਵੀ ਤੱਕ, ਉਸਨੇ ਸਾਰੇ ਭਾਰਤੀ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਦੇਖਿਆ, ਹਿੰਦੂਆਂ ਦੇ ਕਾਨੂੰਨਾਂ ਨੂੰ, ਮੁਸਲਮਾਨਾਂ ਦੇ ਕਾਨੂੰਨਾਂ ਨੂੰ, ਸਾਰਿਆਂ ਦੇ ਕਾਨੂੰਨਾਂ ਨੂੰ ਦੇਖਿਆ ਅਤੇ ਉਹਨਾਂ ਵਾਸਤੇ ਇੱਕ ਵੱਖਰੀ ਪੁਸਤਕ ਬਣਾਈ ਤਾਂ ਜੋ ਉਹਨਾਂ ਦੇ ਕਾਨੂੰਨ ਅਨੁਸਾਰ ਫੈਸਲੇ ਕੀਤੇ ਜਾ ਸਕਣ। 1833 ਵਿੱਚ ਇੰਡੀਅਨ ਲਾਅ ਕਮਿਸ਼ਨ ਦੀ ਸਥਾਪਨਾ ਕੀਤੀ। ਇੰਡੀਅਨ ਲਾਅ ਮਤਲਬ ਭਾਰਤੀ ਕਾਨੂੰਨ, ਸਾਰੇ ਭਾਰਤ ਵਿੱਚ ਇੱਕ ਹੀ ਕਾਨੂੰਨ ਦਾ ਰਾਜ ਲਾਗੂ ਕੀਤਾ ਗਿਆ। ਭਾਵ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ, ਕਿਉਂਕਿ 1829 ਦੇ ਵਿੱਚ ਸਤੀ ਪ੍ਰਥਾ ਨੂੰ ਵੀ ਕਾਨੂੰਨਨ ਅਪਰਾਧੀ ਘੋਸ਼ਿਤ ਕੀਤਾ ਗਿਆ ਸੀ। ਕਾਨੂੰਨ ਦਾ ਸ਼ਾਸਨ ਲਾਗੂ ਕਰ ਦਿੱਤਾ ਗਿਆ। ਸਾਰੇ ਭਾਰਤ ਵਿੱਚ ਇੱਕੋ ਹੀ ਕਾਨੂੰਨ ਦਾ ਸ਼ਾਸਨ ਹੋਵੇਗਾ, ਇਹ ਗੱਲ ਕੀਤੀ ਗਈ। ਸਭ ਤੋਂ ਵੱਡੀ ਭਾਰਤ ਨੂੰ ਦੇਣ ਹੈ ਨਿਆਂ ਵਿਵਸਥਾ ਵਿੱਚ ਸੁਧਾਰ, ਜੋ ਕਿ ਅੰਗਰੇਜ਼ਾਂ ਦੀ ਦੇਣ ਹੈ। ਖਾਲਿਸਤਾਨ ਭਰੋ। 1886 ਵਿੱਚ ਲਾਰਡ ਰਿਪਨ ਨੇ 15 ਮੈਂਬਰਾਂ ਦਾ ਪਬਲਿਕ ਸਰਵਿਸ ਕਮਿਸ਼ਨ ਨਿਯੁਕਤ ਕੀਤਾ। ਇਹ ਲਾਰਡ ਰਿਪਨ ਨੇ ਕੀਤਾ ਸੀਗਾ। ਭਾਰਤੀ ਅਤੇ ਯੂਰਪੀਅਨ 2:1 ਕਦੋਂ ਕੀਤਾ? 1857 ਈਸਵੀ ਦੇ ਵਿਦਰੋਹ ਤੋਂ ਬਾਅਦ। 1773 ਈਸਵੀ ਦੇ ਰੈਗੂਲੇਟਿੰਗ ਐਕਟ ਅਨੁਸਾਰ ਕਲਕੱਤਾ ਵਿੱਚ ਸਰਵਉੱਚ ਅਦਾਲਤ ਦੀ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ। ਠੀਕ ਜਾਂ ਗਲਤ? ਅੰਗਰੇਜ਼ਾਂ ਦੀਆਂ ਭਾਰਤ ਵਿੱਚ ਨਵੀਆਂ ਨੀਤੀਆਂ ਦਾ ਆਦੇਸ਼ ਭਾਰਤ ਵਿੱਚ ਸਿਰਫ ਅੰਗਰੇਜ਼ਾਂ ਦੇ ਹਿੱਤਾਂ ਦੀ ਰਾਖੀ ਕਰਨਾ ਸੀ। ਬਿਲਕੁਲ ਸਹੀ ਹੈ, ਕਿਉਂਕਿ ਉਹ ਕੰਪਨੀ ਦੀ ਸਥਾਪਨਾ ਹੀ ਭਾਰਤ ਵਿੱਚ ਵਪਾਰ ਕਰਨ ਲਈ ਹੋਈ ਸੀ, ਭਾਰਤ ਦੀ ਆਰਥਿਕ ਲੁੱਟ ਕਰਨ ਵਾਸਤੇ ਹੋਈ ਸੀ। ਲਾਰਡ ਕਾਰਨਵਾਲਿਸ ਦੇ ਸਮੇਂ ਭਾਰਤ ਵਿੱਚ ਹਰੇਕ ਥਾਣਾ ਦਰੋਗੇ ਦੇ ਅਧੀਨ ਸੀ। ਬਿਲਕੁਲ ਸਹੀ ਹੈ, ਕਿਉਂਕਿ ਸਿਵਲ ਸਰਵਿਸ ਦਾ ਪਿਤਾਮਾ ਲਾਰਡ ਕਾਰਨਵਾਲਿਸ ਨੂੰ ਕਿਹਾ ਜਾਂਦਾ ਹੈ। 1773 ਈਸਵੀ ਦੇ ਰੈਗੂਲੇਟਿੰਗ ਐਕਟ ਅਨੁਸਾਰ ਕਲਕੱਤੇ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ। ਇਹ ਵੀ ਬਿਲਕੁਲ ਸਹੀ ਹੈ, ਕਿਉਂਕਿ ਕਲਕੱਤੇ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ, ਸੁਪਰੀਮ ਕੋਰਟ ਦੀ ਸਥਾਪਨਾ 1773 ਦੇ ਰੈਗੂਲੇਟਿੰਗ ਐਕਟ ਦੇ ਤਹਿਤ ਕੀਤੀ ਗਈ ਸੀ। ਅੱਜ ਅਸੀਂ ਇਸ ਵੀਡੀਓ ਰਾਹੀਂ ਪਾਠ ਨੰਬਰ 11 ਦੇ ਕੁਐਸਚਨ ਆਨਸਰ ਕੀਤੇ ਹਨ। ਇਸ ਤੋਂ ਅਗਲੀ ਵੀਡੀਓ ਵਿੱਚ ਅਸੀਂ ਪਾਠ ਨੰਬਰ 12 ਦੇ ਕੁਐਸਚਨ ਆਨਸਰ ਕਰਾਂਗੇ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਨਾ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਫਾਇਦਾ ਹੋ ਸਕੇ। ਧੰਨਵਾਦ।